ਧੰਨ ਵਾਹਿਗੁਰੂ ਜੀਓ। ਗੋਜਰੀ ਘਰ ਪਹਿਲਾ, ਮਲੈ ਨਾ ਲਾਂਛੈ ਪਾਰ ਮਲੋ, ਪਰਮ ਲਿਓ ਬੈਠੋ ਰੀ ਆਈ। ਆਵਤ ਕਿਨੈ ਨਾ ਪੇਖਿਓ, ਕਵਨੈ ਜਾਣੈ ਰੀ ਬਾਈ। ਕੌਣ ਕਹੈ ਕਿਣ ਬੂਝੀਐ, ਰਮਈਆ ਆਕੁਲ ਰੀ ਬਾਈ। ਰਹਾਉ ਜਿਉ ਆਕਾਸ਼ੈ ਪੰਖੀਅਲੋ, ਖੋਜ ਨਿਰਖਿਓ ਨਾ ਜਾਈ। ਜਿਉ ਜਲ ਮਾਝੈ ਮਾਛਲੋ, ਮਾਰਗ ਪੇਖਣੋ ਨਾ ਜਾਈ। ਜਿਉ ਆਕਾਸ਼ੈ ਕੜੂਅਲੋ, ਮ੍ਰਿਗ ਤ੍ਰਿਸ਼ਨਾ ਭਰਿਆ। ਨਾਮੇ ਚੇ ਸੁਆਮੀ ਬੀਠਲੋ, ਜਿਨ ਤੀਨੈ ਜਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਬੜੇ ਪ੍ਰੇਮ ਇਕਾਗਰਤਾ ਨਾਲ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਦਾ ਲਾਹਾ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕਰਕੇ ਪ੍ਰਾਪਤ ਕੀਤਾ ਹੈ। ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਲੜੀਵਾਰ ਵਿਚਾਰ ਆਪਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਸਮਝਣ ਦਾ ਯਤਨ ਕਰ ਰਹੇ ਹਾਂ। ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 525 ਉੱਪਰ ਗੋਜਰੀ ਰਾਗ ਦੇ ਵਿੱਚ ਸੁਭਾਇਮਾਨ ਇਹ ਦੂਸਰਾ ਸ਼ਬਦ ਹੈ। ਇਸ ਰਾਗ ਦੇ ਵਿੱਚ ਭਗਤ ਜੀ ਦੇ, ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਕੁੱਲ 2 ਸ਼ਬਦ ਦਰਜ ਨੇ ਤੇ ਇਸ ਸ਼ਬਦ ਦਾ ਸਿਰਲੇਖ ਹੈ ਗੋਜਰੀ ਘਰ ਪਹਿਲਾ। ਸੁਰ ਅਤੇ ਤਾਲ ਨਾਲ ਸੰਬੰਧਿਤ ਇਸ ਨੂੰ ਪਹਿਲੇ ਘਰ ਵਿੱਚ ਗਾਇਆ ਜਾਣਾ ਹੈ, ਗੋਜਰੀ ਰਾਗ ਦੇ ਵਿੱਚ। ਇਸ ਸ਼ਬਦ ਦਾ ਜੋ ਰਹਾਉ ਵਾਲਾ ਬੰਦ ਹੈ, ਕੌਣ ਕਹੈ, ਕੌਣ ਕਹਿ ਸਕਦਾ ਹੈ, ਕੌਣ ਦੱਸ ਸਕਦਾ ਹੈ। ਭਾਵ ਪਰਫੈਕਟਲੀ ਕੌਣ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ, ਉਸ ਦੀ ਹਸਤੀ ਨੂੰ, ਉਸ ਦੀ ਹੋਂਦ ਨੂੰ, ਉਸ ਪਰਮੇਸ਼ਰ ਦੀ ਵਡਿਆਈ ਨੂੰ ਤੇ ਉਸ ਦੇ ਵਡੱਪਣ ਨੂੰ ਸ਼ਬਦਾਂ ਵਿੱਚ ਬੰਨ੍ਹ ਕੇ ਬਿਆਨ ਕਰ ਸਕਦਾ ਹੈ। ਕੀ ਕਿਸੇ ਮਨੁੱਖ ਦੇ ਕੋਲ ਇੰਨੀ ਬੁੱਧ ਹੈ, ਇੰਨੀ ਸਮਰੱਥਾ ਹੈ ਕਿ ਉਹ ਕੁਦਰਤ ਦੇ ਰਚਨਹਾਰੇ ਮਾਲਕ ਪਰਮੇਸ਼ਰ ਦੀ ਵਡਿਆਈ ਤੇ ਵਡੱਪਣ ਨੂੰ ਸ਼ਬਦਾਂ ਵਿੱਚ ਬੰਨ੍ਹ ਕੇ, ਇਉਂ ਕਹਿ ਲਓ ਮੁਕੰਮਲ ਰੂਪ ਵਿੱਚ ਬਿਆਨ ਕਰਕੇ ਦੁਨੀਆ ਨੂੰ ਦੱਸ ਸਕੇ। ਕੌਣ ਕਹੈ। ਫਿਰ ਅਗਲਾ ਸ਼ਬਦ ਹੈ ਕਿਣ ਬੂਝੀ ਹੈ। ਕਹੇਗਾ ਤੇ ਉਹੀ ਜਿਸ ਨੇ ਜਾਣਿਆ ਹੈ। ਤੇ ਐਸਾ ਕੌਣ ਹੈ ਜਿਸ ਨੇ ਮੁਕੰਮਲ ਜਾਣ ਲਿਆ ਹੋਵੇ।
ਜਿਸ ਨੇ ਉਸ ਪਰਮੇਸ਼ਰ ਵਾਹਿਗੁਰੂ ਦੀ ਹਸਤੀ ਦਾ ਮੁਕੰਮਲ ਤੌਰ ਦੇ ਉੱਤੇ ਪਾਰਾਵਾਰ ਪਾ ਲਿਆ ਹੋਵੇ, ਅੰਤ ਪਾ ਲਿਆ ਹੋਵੇ, ਸਿਖਰ ਲੱਭ ਲਿਆ ਹੋਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਪਹਿਲੀ ਬਾਣੀ ਜਿਹੜੀ ਹੈ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ, ਜਿਸ ਨੂੰ ਆਪਾਂ ਅਦਬ ਨਾਲ ਜਪ ਜੀ ਸਾਹਿਬ ਆਖਦੇ ਹਾਂ। ਬਾਣੀ ਦਾ ਨਾਮ ਵੈਸੇ ਜਪ ਹੈ, ਪਰ ਆਪਾਂ ਜੀ ਅਤੇ ਸਾਹਿਬ ਸਤਿਕਾਰ ਸੂਚਕ ਸ਼ਬਦ ਹੋਣ ਕਰਕੇ ਵਰਤਦੇ ਹਾਂ। ਜਿਵੇਂ ਬਾਣੀ ਦਾ ਨਾਮ ਸੁਖਮਨੀ ਹੈ, ਪਰ ਆਪਾਂ ਸੁਖਮਨੀ ਸਾਹਿਬ ਆਖਦੇ ਹਾਂ। ਖੈਰ, ਇਹ ਤਾਂ ਸਾਡੇ ਅਦਬ ਤੇ ਸਤਿਕਾਰ ਦੇ ਪ੍ਰਤੀਕ ਸ਼ਬਦ ਹਨ ਵੀ ਅਸੀਂ ਬਾਣੀ ਨੂੰ, ਬਾਣੀ ਦੇ ਨਾਮ ਨੂੰ ਅਦਬ ਨਾਲ ਬੁਲਾਉਂਦੇ ਹਾਂ ਆਮ ਬੋਲੀ ਦੇ ਵਿੱਚ। ਹੁਣ ਜ਼ਰਾ ਕਿਸ ਪਾਸੇ ਧਿਆਨ ਦੇਈਏ। ਸਤਿਗੁਰੂ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਫਰਮਾਇਆ ਹੈ, ਜੇ ਹੋਂ ਜਾਣਾ, ਸ਼ਬਦ ਧਿਆਨ ਮੰਗਦੇ ਹਨ। ਜੇ ਕਰ, ਹੋਂ ਮੈਂ ਜਾਣਾ, ਸਮਝ ਲਵਾਂ। ਪਹਿਲੀ ਤੇ ਗੱਲ ਹੈ ਵੀ ਮੇਰੀ ਬੁੱਧੀ, ਮੇਰੀ ਸਮਝ ਦਾ ਜਿਹੜਾ ਪੈਮਾਨਾ ਉਹ ਬੜਾ ਛੋਟਾ ਹੈ, ਉਹਦੇ ਵਿੱਚ ਇੰਨਾ ਕੁਝ ਸਮਾ ਨਹੀਂ ਸਕਦਾ। ਪਰ ਮੰਨ ਲਓ ਫੋਰ ਐਗਜ਼ਾਮਪਲ ਵੀ ਜੇ ਮੈਂ ਜਾਣ ਲਵਾਂ ਨਾ, ਸਮਝ ਵੀ ਲਵਾਂ ਸਾਰਾ ਕੁਝ ਕਿ ਪਰਮੇਸ਼ਰ ਦੀ ਹਸਤੀ, ਹੋਂਦ ਕੀ ਹੈ, ਵਾਹਿਗੁਰੂ ਕਿੰਨਾ ਕੁ ਵੱਡਾ ਹੈ, ਜੇ ਹੋਂ ਜਾਣਾ ਆਖਾਂ ਨਾਹੀਂ, ਫਿਰ ਵੀ ਮੇਰੇ ਕੋਲੋਂ ਕਿਹਾ ਨਹੀਂ ਜਾਣਾ, ਦੱਸਿਆ ਨਹੀਂ ਜਾਣਾ। ਤੁਸੀਂ ਕਈ ਵਾਰ ਮਹਿਸੂਸ ਕੀਤਾ ਹੋਏਗਾ, ਕੁਝ ਗੱਲ ਸਾਨੂੰ ਸਮਝ ਵਿੱਚ ਆ ਜਾਂਦੀ ਹੈ, ਪਰ ਸਾਡੇ ਕੋਲ ਦੱਸਣ ਵਾਸਤੇ ਸ਼ਬਦ ਨਹੀਂ ਹੁੰਦੇ, ਸਾਡੇ ਕੋਲ ਗੱਲ ਹੀ ਨਹੀਂ ਔੜਦੀ, ਦੱਸਿਆ ਹੀ ਨਹੀਂ ਜਾਂਦਾ ਵੀ ਕਿਸ ਤਰ੍ਹਾਂ ਇਹ ਗੱਲ ਜਿਹੜੀ ਹੈ ਕਿਵੇਂ ਉਹਨੂੰ ਪ੍ਰਗਟ ਕਿਵੇਂ ਕਰੀਏ, ਆਪਣੇ ਮਨ ਦੀ ਜਿਹੜੀ ਭਾਵਨਾ। ਹੋਰ ਵੇਖੋ, ਬੰਦੇ ਨੂੰ ਡਾਢਾ ਦੁੱਖ ਹੋਵੇ, ਦੁੱਖ ਇੱਕ ਭਾਵਨਾ ਹੈ ਨਾ, ਦੁੱਖ ਇੱਕ ਮਨ ਦਾ ਵੇਗ ਹੀ ਹੈ ਨਾ, ਤੇ ਬੰਦੇ ਦਾ ਦੁੱਖ ਉਹਦੇ ਚਿਹਰੇ ਤੋਂ, ਉਹਦੀ ਹਰਕਤ ਤੋਂ, ਉਹਦੇ ਵਿਹਾਰ ਤੋਂ ਪ੍ਰਗਟ ਹੁੰਦਾ ਵੀ ਬੰਦਾ ਡਾਢਾ ਦੁੱਖ ਵਿੱਚ, ਪੀੜ ਹੋ ਰਹੀ ਹੋਵੇ, ਦਰਦ ਹੋ ਰਿਹਾ ਹੋਵੇ। ਤੇ ਅਸੀਂ ਬੰਦੇ ਦੀ ਹਾਲਤ ਵੇਖ ਕੇ ਕਹਿੰਦੇ ਵੀ ਇਹ ਤਾਂ ਬਹੁਤ ਜ਼ਿਆਦਾ ਪੀੜ ਮਹਿਸੂਸ ਕਰਦਾ ਹੈ, ਦਰਦ ਮਹਿਸੂਸ ਕਰਦਾ ਹੈ। ਹੁਣ ਉਹਨੂੰ ਕੋਈ ਪੁੱਛੇ ਵੀ ਤੈਨੂੰ ਕਿੰਨਾ ਕੁ ਦਰਦ ਹੋ ਰਿਹਾ, ਜਾਂ ਉਹਨੂੰ ਕੋਈ ਪੁੱਛੇ ਵੀ ਤੈਨੂੰ ਕਿੰਨਾ ਕੁ ਦੁੱਖ ਹੈ, ਤਾਂ ਉਹਦੀ ਹਾਲਤ ਤੋਂ ਸਾਨੂੰ ਅੰਦਾਜ਼ਾ ਲੱਗੇਗਾ ਜਾਂ ਉਹ ਕਹੇਗਾ ਵੀ ਬੁਰੀ ਹਾਲਤ ਹੈ। ਪਰ ਉਸ ਚੀਜ਼ ਨੂੰ ਸਹੀ ਉਹ ਅੱਖਰਾਂ ਵਿੱਚ ਬੰਨ੍ਹ ਕੇ ਜੋ ਉਸ ਵੇਲੇ ਫੀਲ ਕਰ ਰਿਹਾ ਹੈ, ਜੋ ਉਸ ਵੇਲੇ ਉਹ ਮਹਿਸੂਸ ਕਰ ਰਿਹਾ ਹੈ, ਤੁਹਾਨੂੰ ਮੁਕੰਮਲ ਰੂਪ ਵਿੱਚ ਉਹ ਦੱਸ ਨਹੀਂ ਸਕਦਾ। ਉਹ ਕੇਵਲ ਤੁਹਾਨੂੰ ਉਹ ਚੀਜ਼ ਵੱਲ ਇਸ਼ਾਰਾ ਕਰ ਸਕਦਾ ਵੀ ਬਹੁਤ ਤਕਲੀਫ ਦੀ ਹਾਲਤ ਹੈ, ਬੜੀ ਦੁੱਖ ਦੀ ਅਵਸਥਾ ਹੈ, ਬਹੁਤ ਜਰਨਾ ਔਖਾ ਹੋਇਆ ਪਿਆ। ਇੰਨਾ ਕੁ ਤਾਂ ਉਹਦੇ ਲਈ ਸ਼ਬਦਾਂ ਦੇ ਵਿੱਚ ਉਹ ਕੇਵਲ ਆਪਣਾ ਸਾਨੂੰ ਅਹਿਸਾਸ ਕਰਾ ਸਕਦਾ ਹੈ ਵੀ ਮੈਂ ਦੁਖੀ ਹਾਂ, ਮੈਂ ਦਰਦ ਵਿੱਚ ਹਾਂ। ਪਰ ਕੀ ਸਹੀ ਉਹ ਆਪਣੇ ਅੰਦਰ ਦੀ ਪੀੜਾ ਨੂੰ ਹੂ ਬਹੂ ਜੋ ਮਹਿਸੂਸ ਕਰਦਾ ਹੈ ਉਹਨਾਂ ਸ਼ਬਦਾਂ ਦੇ ਵਿੱਚ ਬਿਆਨ ਕਰਕੇ ਦੱਸ ਸਕਦਾ? ਨਹੀਂ। ਜੋ ਉਸ ਵੇਲੇ ਉਹ ਮਹਿਸੂਸ ਕਰਦਾ ਉਹਨੂੰ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਅੰਦਰ ਦੇ ਦੁੱਖ ਨੂੰ, ਅੰਦਰ ਦੀ ਪੀੜਾ ਨੂੰ, ਅੰਦਰ ਦੀ ਵੇਦਨਾ ਕੋਈ ਵੀ ਐਸੀ ਭਾਵਨਾ, ਪੀੜਾ, ਦਰਦ ਹੋਵੇ, ਕਈ ਵਾਰ ਤਾਂ ਖੁਸ਼ੀ ਵਿੱਚ ਵੀ ਬੰਦੇ ਦੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ, ਤੇ ਉਹ ਖੁਸ਼ੀ ਉਹਦੇ ਅੰਦਰ ਇੰਨੀ ਜ਼ਿਆਦਾ ਹੁੰਦੀ ਹੈ, ਭਾਵ ਇੰਨਾ ਡੂੰਘਾ ਹੁੰਦਾ ਹੈ ਖੁਸ਼ੀ ਦਾ ਕਿ ਉਹਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕਰਨਾ ਆਉਂਦਾ। ਤੇ ਬੰਦਾ ਕਈ ਵਾਰ ਇੰਨੀ ਖੁਸ਼ੀ ਮਹਿਸੂਸ ਕਰਦਾ ਹੈ ਕਿ ਉਹ ਰੋਣ ਵੀ ਲੱਗ ਜਾਂਦਾ, ਨੱਚਦਾ ਹੈ, ਗਾਉਂਦਾ ਹੈ, ਤੇ ਕਈ ਵਾਰ ਰੋਂਦਾ ਵੀ, ਖੁਸ਼ੀ 'ਚ ਵੀ ਰੋ ਪੈਂਦਾ। ਜਿਵੇਂ ਪੀੜ ਦਰਦ ਵਿੱਚ ਰੋਂਦਾ ਹੈ ਨਾ ਬੰਦਾ, ਦੁੱਖ ਵਿੱਚ ਰੋਂਦਾ ਹੈ, ਖੁਸ਼ੀ ਵਿੱਚ ਵੀ ਉਹਦੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ, ਪਾਣੀ ਆ ਜਾਂਦਾ, ਪਰ ਉਹਦੇ ਕੋਲ ਸ਼ਬਦ ਨਹੀਂ ਔੜਦੇ ਵੀ ਮੈਂ ਕਿਵੇਂ ਦੱਸਾਂ, ਆਪਣੇ ਮਨ ਦੀ ਖੁਸ਼ੀ ਦੀ ਹਾਲਤ ਕਿਵੇਂ ਬਿਆਨ ਕਰਾਂ। ਕੋਈ ਬਹੁਤ ਸੁੰਦਰ ਨਜ਼ਾਰਾ ਆਪਾਂ ਵੇਖਦੇ ਹਾਂ, ਬੰਦਾ ਕੁਦਰਤ ਵਿੱਚ ਕੋਈ ਘੁੰਮਣ ਜਾਂਦਾ ਹੈ ਕਿਸੇ ਜਗ੍ਹਾ ਤੇ, ਧਰਤੀ ਦੇ ਉੱਤੇ ਕਿਸੇ ਕੋਨੇ 'ਚ, ਬੜਾ ਅਜੀਬ, ਬੜਾ ਸੁੰਦਰ, ਬੜਾ ਅਚਰਜਮਈ, ਬੜਾ ਹੈਰਾਨੀ ਭਰਿਆ ਵਰਤਾਰਾ, ਤੇ ਆਪਾਂ ਕੁਝ ਸ਼ਬਦ ਰੱਖੇ ਨੇ, ਵਾਹ, ਜਾਂ ਅੰਗਰੇਜ਼ੀ ਵਾਲੇ ਕਹਿਣਗੇ ਵਾਓ।
ਉਹ ਹੁਣ ਉਹਨਾਂ ਦੇ ਹੈਰਾਨੀ, ਜਦੋਂ ਹੈਰਾਨ ਹੁੰਦਾ ਨਾ ਬੰਦਾ ਵੀ ਕਮਾਲ ਹੈ, ਤੇ ਉਹ ਪ੍ਰਗਟ ਕਰਦਾ ਆਪਣੇ ਅੰਦਰ ਦੀ ਹੈਰਾਨੀ, ਪਰ ਉਹਦੇ ਕੋਲ ਪ੍ਰੋਪਰ ਸ਼ਬਦ ਨਹੀਂ ਹੁੰਦੇ ਦੱਸਣ ਵਾਸਤੇ ਵੀ ਜੋ ਮੈਂ ਮਹਿਸੂਸ ਕੀਤਾ, ਜੋ ਮੈਂ ਵੇਖਿਆ ਉਹ ਕਿਹੋ ਜਿਹਾ। ਹੁਣ ਮੰਨ ਲਓ ਕੋਈ ਬੰਦਾ ਫੁੱਲ ਦੀ ਸੁਗੰਧੀ ਮਾਣ ਰਿਹਾ, ਅਸੀਂ ਦੂਰ ਖੜੇ ਹਾਂ ਤੇ ਫੁੱਲ ਦੀ ਸੁਗੰਧੀ ਉਹ ਫੁੱਲ ਨੂੰ ਸੁੰਘਦਾ, ਤੇ ਅਸੀਂ ਉਹਨੂੰ ਪੁੱਛਦੇ ਹਾਂ ਵੀ ਤੈਨੂੰ ਕੀ ਫੀਲ ਹੋਇਆ, ਉਹ ਕਹੇਗਾ ਬੜੀ ਕਮਾਲ ਦੀ ਸੁਗੰਧੀ ਹੈ। ਪਰ ਸੁਗੰਧੀ ਨੂੰ ਜਿਵੇਂ ਉਹਨੇ ਫੀਲ ਕੀਤਾ, ਮਹਿਸੂਸ ਕੀਤਾ, ਕਿ ਉਸੇ ਤਰ੍ਹਾਂ ਹੀ ਉਹ ਉਸ ਫੀਲਿੰਗ ਨੂੰ ਬਿਆਨ ਕਰ ਸਕਦਾ ਸ਼ਬਦ ਵਿੱਚ? ਨਹੀਂ ਕਰ ਸਕਦਾ। ਉਹ ਤਾਂ ਇਹ ਕਹਿ ਸਕਦਾ ਵੀ ਬਹੁਤ ਕਮਾਲ ਦੀ ਸੁਗੰਧੀ ਹੈ, ਆਨੰਦ ਆ ਗਿਆ, ਮਜ਼ਾ ਆ ਗਿਆ। ਪਰ ਉਸ ਅਹਿਸਾਸ ਨੂੰ ਜਿਹੜਾ ਉਹਨੇ ਕੀਤਾ ਉਸ ਫੁੱਲ ਦੀ ਸੁਗੰਧੀ ਦੇ ਵਿੱਚ, ਉਹਨੂੰ ਹੂ ਬਹੂ ਜੋ ਉਹਦੇ ਅੰਦਰ ਫੀਲਿੰਗ ਉਸ ਵੇਲੇ ਚੱਲ ਰਹੀ ਹੈ, ਉਹਨੂੰ ਸ਼ਬਦ ਵਿੱਚ ਬੰਨ੍ਹ ਕੇ ਨਹੀਂ ਦੱਸ ਸਕਦਾ। ਇਹ ਕੁਝ ਉਦਾਹਰਨਾਂ ਮੈਂ ਇਸ ਕਰਕੇ ਦਿੱਤੀਆਂ ਨੇ ਵੀ ਕਈ ਵਾਰ ਸਾਡੇ ਕੋਲ, ਕਿਉਂਕਿ ਬੁੱਧੀ ਜਿਹੜੀ ਹੈ ਉਹਨੇ ਸ਼ਬਦਾਂ ਦਾ ਜੋੜ ਤੋੜ ਕਰਕੇ ਗੱਲ ਕਰਨੀ ਹੁੰਦੀ ਹੈ, ਕੁਝ ਭਾਵਨਾਵਾਂ ਦੇ ਅੰਦਰ ਜੋ ਚੱਲਦਾ ਹੈ, ਜੋ ਤੁਸੀਂ ਮਹਿਸੂਸ ਕਰਦੇ ਹੋ, ਜ਼ਰੂਰੀ ਨਹੀਂ ਕਿ ਉਸ ਨੂੰ ਤੁਸੀਂ ਸ਼ਬਦਾਂ ਵਿੱਚ, ਵਾਕ ਬਣਤਰ ਵਿੱਚ ਪਰੋ ਕੇ ਹੂ ਬਹੂ ਉਸੇ ਤਰ੍ਹਾਂ ਹੀ ਬਿਆਨ ਕਰ ਸਕੋ। ਜਦੋਂ ਅਸੀਂ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਹਾਂ ਨਾ, ਤਾਂ ਉੱਥੇ ਵੀ ਸਤਿਗੁਰੂ ਕਹਿ ਦਿੰਦੇ ਨੇ ਵੀ ਤੁਹਾਡੇ ਮਨ ਦੀ, ਤੁਹਾਡੀ ਸੁਰਤ ਦੀ ਇੱਕ ਐਸੀ ਸਟੇਜ ਹੁੰਦੀ ਹੈ, ਇੱਕ ਐਸੀ ਅਵਸਥਾ ਹੁੰਦੀ ਜਿੱਥੇ ਸ਼ਬਦ, ਜਿੱਥੇ ਲਫ਼ਜ਼ ਤੁਹਾਡੇ ਅੰਦਰ ਦੀ ਉਸ ਭਾਵਨਾ, ਫੀਲਿੰਗ ਨੂੰ, ਆਨੰਦ ਨੂੰ, ਸਹਿਜ ਨੂੰ, ਟਿਕਾ ਨੂੰ ਹੂ ਬਹੂ ਬਿਆਨ ਨਹੀਂ ਕਰ ਸਕਦੇ। ਉਸ ਨੂੰ ਤਾਂ ਮਾਣਿਆ ਹੀ ਜਾ ਸਕਦਾ, ਉਸ ਨੂੰ ਤੇ ਹੰਢਾਇਆ ਹੀ ਜਾ ਸਕਦਾ, ਉਸ ਆਨੰਦ ਨੂੰ ਸ਼ਬਦਾਂ ਦੇ ਰਾਹੀਂ ਕਥਿਆ ਨਹੀਂ ਜਾ ਸਕਦਾ। ਤਾਂ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ, ਜੇ ਹਉ ਜਾਣਾ ਆਖਾਂ ਨਹੀਂ, ਤਾਂ ਮੈਂ ਕਹਿ ਨਹੀਂ ਸਕਦਾ। ਮੰਨ ਲਓ ਮੈਂ ਜਾਣ ਵੀ ਲਵਾਂ ਨਾ, ਬੁੱਝ ਵੀ ਲਵਾਂ, ਤੇ ਕਵਾਂਗਾ ਕਿਵੇਂ? ਕਹਿਣਾ ਕਥਨ ਨਾ ਜਾਈ, ਨਾ ਉਹਨੂੰ ਦੱਸਿਆ ਜਾ ਸਕਦਾ ਤੇ ਨਾ ਉਹਦੀ ਮੁਕੰਮਲ ਐਕਸਪਲੇਨੇਸ਼ਨ, ਵਿਆਖਿਆ ਹੀ ਕੀਤੀ ਜਾ ਸਕਦੀ। ਕੋਈ ਬੰਦਾ ਹੁੰਦਾ ਕਿਸੇ ਚੀਜ਼ ਨੂੰ ਥੋੜਾ ਥੋੜਾ ਕਰਕੇ ਵਿਆਖਿਆ ਕਰਕੇ ਦੱਸ ਦੇਵੇ, ਕਹਿੰਦੇ ਇੰਨਾ ਵੀ ਨਹੀਂ ਹੋਣਾ, ਕਿਉਂਕਿ ਸਾਡੀ ਬੁੱਧ ਦਾ ਜਿਹੜਾ ਪੈਮਾਨਾ ਹੈ ਉਹ ਬੜਾ ਛੋਟਾ ਹੈ ਤੇ ਕਾਦਰ ਦੀ ਹਸਤੀ ਬਹੁਤ ਉੱਚੀ ਹੈ। ਤਾਂ ਬਾਬਾ ਕਬੀਰ ਸਾਹਿਬ ਨੇ ਇਸੇ ਕਰਕੇ ਕਿਹਾ ਨਾ, ਕਬੀਰ ਸਾਤ ਸਮੁੰਦਰ ਮਸ ਕਰੋ, ਇੱਕ ਭਾਵ ਪ੍ਰਤੀਕ ਵਰਤ ਕੇ ਗੱਲ ਸਮਝਾਈ। ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਵਾਂ, ਮਸ ਦਾ ਮਤਲਬ ਹੁੰਦਾ ਸਿਆਹੀ। ਕਲਮ ਕਰੋ ਬਨ ਰਾਏ, ਜਿੰਨੀ ਬਨਸਪਤੀ ਹੈ ਧਰਤੀ ਤੇ ਉਹਦੀਆਂ ਕਲਮਾਂ ਕੱਢ ਲਵਾਂ। ਬਸੁਦਾ ਕਾਗਜ਼ ਜੋ ਕਰੋ, ਧਰਤੀ ਨੂੰ ਸਾਰੀ ਨੂੰ ਕਾਗਜ਼ ਬਣਾ ਲਵਾਂ। ਹਰ ਜਸ ਲਿਖਣ ਨਾ ਜਾਏ, ਤਾਂ ਵੀ ਉਹਦਾ ਵੱਡਪਣ, ਜਿੰਨੀਆਂ ਸਿਫਤਾਂ, ਜਿੰਨੀਆਂ ਵਡਿਆਈਆਂ, ਜਿੰਨੇ ਗੁਣ, ਜਿੰਨੀਆਂ ਕਲਾ, ਜਿੰਨੀਆਂ ਖੂਬੀਆਂ ਦਾ ਉਹ ਸੋਮਾ ਹੈ ਪਰਮੇਸ਼ਰ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨੂੰ ਕਥਨ, ਅਸੀਂ ਕਈ ਵਾਰ ਜੀਵਨ ਵਿੱਚ ਵਿਚਰਦੇ ਹਾਂ, ਕਿੰਨੇ ਸੰਸਾਰ ਵਿੱਚ ਨਜ਼ਰ ਮਾਰੋ, ਕਿੰਨੇ ਗੁਣੀ, ਕਿੰਨੇ ਹੁਨਰਮੰਦ, ਕਿੰਨੇ ਕਲਾਵਾਨ ਵਿਅਕਤੀ ਮੌਜੂਦ ਨੇ, ਕਿੰਨੇ ਹੋ ਗੁਜ਼ਰੇ, ਕਿੰਨੇ ਮੌਜੂਦ ਨੇ ਤੇ ਕਿੰਨੇ ਆਉਣਗੇ ਮਗਰੋਂ। ਪੂਰਾਂ ਦੇ ਪੂਰ ਆ ਰਹੇ ਨੇ ਬੰਦਿਆਂ ਇਸ ਧਰਤੀ ਦੇ ਉੱਤੇ, ਔਰ ਕੈਸੇ ਕੈਸੇ ਹੁਨਰਾਂ ਦੇ ਮਾਲਕ ਨੇ ਉਹ। ਕਿਸੇ ਨੇ ਕਿਸੇ ਖੇਤਰ ਵਿੱਚ ਬੜੀ ਵੱਡੀ ਕਲਾ ਵਿਖਾਈ, ਕਿਸੇ ਨੇ ਕਿਸੇ ਖੇਤਰ ਵਿੱਚ। ਅੱਜ ਵੀ ਦੁਨੀਆ ਨੂੰ ਯਾਦ, ਕੋਈ ਮਹਾਨ ਸੰਗੀਤਕਾਰ ਹੋ ਗੁਜ਼ਰਿਆ, ਕੋਈ ਮਹਾਨ ਚਿੱਤਰਕਾਰ ਹੋ ਗੁਜ਼ਰਿਆ, ਕੋਈ ਮਹਾਨ ਗਵਈਆ ਹੋ ਗੁਜ਼ਰਿਆ, ਕੋਈ ਮਹਾਨ ਲਿਖਾਰੀ ਹੋ ਗੁਜ਼ਰਿਆ, ਕੋਈ ਮਹਾਨ ਵਿੱਦਿਆ ਦਾ ਸੋਮਾ ਹੋ ਗੁਜ਼ਰਿਆ, ਕੋਈ ਮਹਾਨ ਫਿਲਾਸਫਰ ਹੋ ਗੁਜ਼ਰਿਆ। ਤੇ ਬੰਦਾ ਉਹਨਾਂ ਨੂੰ, ਕਿੰਨੀਆਂ ਪੀੜ੍ਹੀਆਂ ਸਾਡੀਆਂ ਲੱਗ ਜਾਂਦੀਆਂ ਨੇ ਉਹਨਾਂ ਬੰਦਿਆਂ ਦੇ ਹੁਨਰ ਨੂੰ ਸਮਝਣ ਵਾਸਤੇ। ਤੁਸੀਂ ਵੇਖੋ, ਇੱਕ ਸੰਗੀਤਕਾਰ ਨੇ ਜ਼ਿੰਦਗੀ ਦੇ ਵਿੱਚ ਬੜੀ ਘਾਲਣਾ ਘਾਲੀ ਤੇ ਬੜਾ ਵੱਡਾ ਹੁਨਰ ਉਹਨੇ ਕਮਾਇਆ ਸੰਗੀਤ ਦਾ, ਤੇ ਸਦੀਆਂ ਤੱਕ ਉਸ ਬੰਦੇ ਨੂੰ ਸਲਾਹਿਆ ਜਾਂਦਾ ਹੈ। ਉਹਦੇ ਉੱਤੇ PhDਆਂ ਹੋ ਰਹੀਆਂ ਨੇ, ਉਹਦੇ ਉੱਤੇ ਲੋਕ ਡਿਗਰੀਆਂ ਲੈ ਰਹੇ ਨੇ, ਉਹਦੇ ਨਾਂ ਤੇ ਚੇਅਰਾਂ ਸਥਾਪਿਤ ਹੋ ਜਾਂਦੀਆਂ, ਖੋਜ ਵਿਭਾਗ ਬਣ ਜਾਂਦੇ ਨੇ। ਉਸ ਬੰਦੇ ਦੀਆਂ ਤਸਵੀਰਾਂ ਲਾ ਕੇ ਲੋਕ ਉਹਨੂੰ ਯਾਦ ਕਰਦੇ ਨੇ, ਉਹਦੀਆਂ ਲਿਖਤਾਂ ਪੜ੍ਹਦੇ ਨੇ।
ਉਹਦੇ ਦੱਸੇ ਹੋਏ ਹੁਨਰ ਨੂੰ ਅੱਗੇ ਕਿੰਨੇ ਹੀ ਲੋਕ ਸਕੂਲ ਬਣਾ ਕੇ ਫਿਰ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਵੀ ਉਹ ਬੰਦੇ ਨੇ ਆਹ ਗੱਲ ਕਹੀ ਸੀ, ਇਹਨੂੰ ਹੋਰ ਡੂੰਘਾ ਸਮਝਣ ਦੀ ਕੋਸ਼ਿਸ਼ ਕਰੋ। ਇੱਕ ਬੰਦੇ 'ਚ ਇੰਨਾ ਹੁਨਰ ਵੀ ਸਦੀਆਂ ਤੱਕ ਲੋਕ ਉਹਦੀ ਲਿਖਤ ਨੂੰ ਪੜ੍ਹਨ, ਉਹਦੇ ਦੱਸੀ ਹੋਈ ਕਲਾ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਉਹਦੀ ਹੋਰ ਖੋਜ ਕਰਨ ਤੇ ਉਸ ਬੰਦੇ ਤੋਂ ਆਸ਼ਾ-ਆਸ਼ ਕਰ ਉੱਠਣ, ਆਖਣ ਬੜਾ ਮਹਾਨ ਬੰਦਾ ਹੋਇਆ ਦੁਨੀਆ ਅੰਦਰ। ਪਰ ਐਸੇ ਕਿੰਨੇ ਹੀ ਮਹਾਨ ਬੰਦਿਆਂ ਦਾ ਪੈਦਾ ਕਰਨ ਵਾਲਾ ਵਾਹਿਗੁਰੂ ਕਿੰਨੇ ਹੁਨਰਾਂ ਦਾ ਮਾਲਕ ਹੈ। ਸਤਿਗੁਰੂ ਦੀ ਬਾਣੀ 'ਚ ਵਾਕ ਹੈ, ਆਪਾਂ ਰੋਜ਼ ਪੜ੍ਹਦੇ ਹਾਂ, ਨਾਨਕ ਨਿਰਗੁਣ ਗੁਣ ਕਰੇ। ਹੇ ਨਾਨਕ, ਉਹ ਪਰਮੇਸ਼ਰ ਵਾਹਿਗੁਰੂ ਨਾ ਜਿਨ੍ਹਾਂ ਦੇ ਪੱਲੇ ਗੁਣ ਨਹੀਂ, ਉਹਨਾਂ ਨੂੰ ਵੀ ਗੁਣ ਬਖਸ਼ਦਾ। ਤੇ ਅਗਲਾ ਸ਼ਬਦ ਹੈ ਗੁਣਵੰਤਿਆਂ ਗੁਣ ਦੇ। ਜਿਨ੍ਹਾਂ ਦੇ ਪੱਲੇ ਕੋਈ ਗੁਣ ਹੈ, ਕੋਈ ਹੁਨਰ ਹੈ, ਕੋਈ ਕਲਾ ਹੈ, ਇਹ ਵੀ ਉਹਦੀ ਬਖਸ਼ੀ ਹੋਈ ਹੈ। ਉਹ ਨਿਰਗੁਣਾਂ ਨੂੰ ਵੀ ਗੁਣੀ ਬਣਾਉਂਦਾ ਤੇ ਗੁਣਵੰਤਿਆਂ ਦੇ ਕੋਲ ਜਿਹੜੇ ਗੁਣ ਨੇ, ਹੁਨਰਮੰਦਾਂ ਕੋਲ ਜਿਹੜਾ ਹੁਨਰ ਹੈ, ਕਲਾਵਾਨ ਮਨੁੱਖਾਂ ਕੋਲ ਜਿਹੜੀ ਕਲਾ ਹੈ, ਉਹ ਵੀ ਉਹਨਾਂ ਦੀ ਆਪਣੀ ਪ੍ਰੋਡਕਸ਼ਨ ਨਹੀਂ ਹੈ। ਉਹਨਾਂ ਕੇਵਲ ਉਹਦਾ ਅਭਿਆਸ ਕੀਤਾ ਹੈ ਪਰਮੇਸ਼ਰ ਦੀ, ਹੈ ਵਾਹਿਗੁਰੂ ਦੀ। ਹੁਣ ਜ਼ਰਾ ਸੋਚੋ, ਇੱਕ ਬੰਦਾ ਸਮੁੰਦਰ ਦੀ ਗਹਿਰਾਈ ਤੱਕ ਉਤਰ ਕੇ ਉਹਦੀ ਖੋਜ ਕਰਦਾ ਹੈ ਕਿ ਸਮੁੰਦਰ ਦੀ ਗਹਿਰਾਈ ਕਿੰਨੀ ਹੈ, ਸਮੁੰਦਰ ਦੇ ਥੱਲੇ ਕੀ ਕੀ ਚੀਜ਼ਾਂ ਪਾਈਆਂ ਜਾਂਦੀਆਂ ਨੇ, ਬੜੀਆਂ ਚੀਜ਼ਾਂ ਉਹ ਕੀਮਤੀ ਲੱਭ ਕੇ ਲਿਆਇਆ ਉਹ ਗੋਤਾਖੋਰ। ਤੇ ਲੋਕ ਕਹਿੰਦੇ ਨੇ ਕਮਾਲ ਦਾ ਜਜ਼ਬਾ ਹੈ, ਵੇਖੋ ਬੰਦੇ ਦਾ। ਪਾਣੀ ਦੀ ਸੈਂਕੜੇ ਫੁੱਟ, ਸੈਂਕੜੇ ਮੀਲ ਗਹਿਰਾਈ ਦੇ ਵਿੱਚ ਉਤਰ ਕੇ ਬੰਦਾ ਪਾਣੀ ਦੇ ਥੱਲੇ ਕਿੱਥੋਂ ਤੱਕ ਚਲਾ ਗਿਆ, ਕੀ ਕੁਝ ਕੱਢ ਲਿਆਇਆ, ਲੱਭ ਲਿਆਇਆ, ਖੋਜ ਲਿਆਇਆ। ਪਰ ਪਰਮੇਸ਼ਰ ਵਾਹਿਗੁਰੂ ਨੇ ਇੰਨੇ ਡੂੰਘੇ ਸਾਗਰ ਪੈਦਾ ਕੀਤੇ, ਉਹਦੇ ਵਿੱਚ ਇੰਨੀਆਂ ਨੌ ਨਿੱਧਾਂ ਪਾਈਆਂ, ਖਜ਼ਾਨੇ ਭਰ ਦਿੱਤੇ, ਫਿਰ ਇੱਕ ਬੰਦਾ ਪੈਦਾ ਕੀਤਾ, ਉਸ ਬੰਦੇ ਦੇ ਅੰਦਰ ਜਜ਼ਬਾ ਪਾਇਆ, ਹੁਨਰ ਪਾਇਆ। ਇਹ ਕਿਹਦੀ ਪ੍ਰੋਡਕਸ਼ਨ ਹੈ ਸਾਰੀ? ਇਹਦੀ ਬੈਕਗਰਾਉਂਡ ਵਿੱਚ ਜਾ ਕੇ ਵੇਖੀਏ, ਉਸ ਮਨੁੱਖ ਦਾ ਪੈਦਾ ਹੋਣਾ, ਉਹ ਕਿਹਦੀ ਪ੍ਰੋਡਕਸ਼ਨ? ਇਹ ਸਭ ਉਹਦੀ ਬਖਸ਼ਿਸ਼ ਵਿੱਚੋਂ ਹੀ ਉਪਜ ਰਿਹਾ। ਵੱਡੀ ਕਲਾ ਤੇ ਕੁਦਰਤ ਦੀ ਹੈ, ਵੱਡੀ ਕਲਾ ਤੇ ਕੁਦਰਤ ਦੇ ਸਿਰਜਣਹਾਰ ਦੀ ਹੈ। ਤੋ ਇਸੇ ਕਰਕੇ ਮੇਰੇ ਹਜ਼ੂਰ ਬਾਣੀ ਦੇ ਵਿੱਚ ਆਖਦੇ ਹਨ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ। ਸਾਰੀਆਂ ਕਲਾਵਾਂ ਦਾ ਮਾਲਕ ਉਹ ਹੈ, ਸਾਰੀਆਂ ਤਾਕਤਾਂ ਦਾ ਸੋਮਾ ਉਹ ਹੈ, ਸਾਰੀਆਂ ਬਖਸ਼ਿਸ਼ਾਂ ਦਾ ਘਰ ਉਹ ਹੈ। ਸਰਬ ਨਿਧਾਨ ਪ੍ਰਭ ਤੁਝ ਹੀ ਪਾਸ। ਸਾਰੇ ਖਜ਼ਾਨੇ ਤੇਰੇ ਘਰ ਵਿੱਚ ਨੇ, ਸਾਰੀਆਂ ਨਿੱਧਾਂ ਦਾ ਤੂੰ ਮਾਲਕ ਹੈ। ਇਸ ਵਾਸਤੇ ਮਹਾਰਾਜ ਨੇ ਜਦੋਂ ਇਹ ਵਾਕ ਕਿਹਾ, ਕਹਿਣ ਲੱਗੇ, ਜੇ ਹੋਂ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇ ਬੁਝਾਈ। ਇਹਨੂੰ ਪੜ੍ਹਨਾ ਹੈ ਗੁਰਾ, ਹੇ ਗੁਰੂ ਇੱਕ ਦੇ ਬੁਝਾਈ। ਮੈਨੂੰ ਐਸੇ ਇੱਕ ਪਰਮੇਸ਼ਰ ਦੀ ਸੋਝੀ ਬਖਸ਼ ਦੇ, ਮੇਰੇ ਅੰਦਰ ਇਹ ਅਹਿਸਾਸ ਪੈਦਾ ਹੋ ਜਾਏ ਉਹਦੇ ਹੋਣ ਦਾ, ਤੇ ਉਸ ਨੂੰ ਮੈਂ ਸਦਾ ਆਪਣੇ ਜੀਵਨ ਵਿੱਚੋਂ ਅਨੁਭਵ ਕਰਾਂ ਤੇ ਆਨੰਦ ਵਿੱਚ ਰਹਾਂ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਉਹ ਜੋ ਸਾਰੀ ਖਲਕਤ ਦਾ ਇੱਕੋ ਹੀ ਰਹਿਨੁਮਾ, ਇੱਕੋ ਹੀ ਦਾਤਾਂ ਬਖਸ਼ਣ ਵਾਲਾ, ਇੱਕੋ ਹੀ ਪੈਦਾ ਕਰਨ ਵਾਲਾ ਵਾਹਿਗੁਰੂ ਹੈ, ਉਹ ਮੈਨੂੰ ਕਦੇ ਭੁੱਲੇ ਨਾ, ਉਹ ਮੇਰੀ ਯਾਦ ਵਿੱਚ ਰਹੇ, ਮੇਰੇ ਚੇਤੇ ਵਿੱਚ ਰਹੇ। ਭਗਤ ਨਾਮਦੇਵ ਸਾਹਿਬ ਜੀ ਫਰਮਾ ਰਹੇ ਨੇ, ਕਹਿਣ ਲੱਗੇ, ਕੌਣ ਕਹੈ, ਕਥਨ ਕੌਣ ਕਰ ਸਕਦਾ ਉਸ ਨੂੰ? ਕਿਣ ਬੁੱਝੀ ਹੈ। ਪਹਿਲੀ ਗੱਲ ਮੁਕੰਮਲ ਰੂਪ ਚ ਬੁੱਝਿਆ ਹੀ ਕਿਨੇ ਉਹਨੂੰ? ਰਮਈਆ ਆਕੁਲ ਰੀ ਬਾਈ। ਆ ਦੋ ਸ਼ਬਦ ਬੜੇ ਧਿਆਨ ਮੰਗ। ਕਈਆਂ ਨੇ ਸਾਖੀਆਂ ਪ੍ਰਚਲਿਤ ਕੀਤੀਆਂ, ਭਗਤ ਨਾਮਦੇਵ ਸਾਹਿਬ ਜੀ ਇਹਦੇ ਪੁਜਾਰੀ ਸਨ, ਭਗਤ ਨਾਮਦੇਵ ਸਾਹਿਬ ਜੀ ਉਹਦੀ ਪੂਜਾ ਕਰਦੇ ਸਨ, ਕਿਸੇ ਨੇ ਕੁਝ ਆਪਣੇ ਆਪਣੇ ਮਤ ਨੇ ਦੁਨੀਆ ਦੇ। ਪਰ ਭਗਤ ਨਾਮਦੇਵ ਸਾਹਿਬ ਦੀ ਖੁਦ ਦੀ ਬਾਣੀ ਕੀ ਕਹਿੰਦੀ? ਉਹ ਕਹਿੰਦੇ ਰਾਮਈਆ, ਰਮਿਆ ਹੋਇਆ ਪਰਮੇਸ਼ਰ, ਤੇ ਅੱਗੇ ਸ਼ਬਦ ਹੈ ਆਕੁਲ, ਜਿਹਦੀ ਕੋਈ ਕੁੱਲ ਨਹੀਂ ਹੈ। ਆਕੁਲ, ਜਿਹੜਾ ਸਰੀਰ ਰੂਪ ਵਿੱਚ ਧਰਤੀ ਤੇ ਕਿਸੇ ਖਾਸ ਖਾਨਦਾਨ ਵਿੱਚ, ਕਿਸੇ ਕੁੱਲ ਵਿੱਚ ਪੈਦਾ ਨਹੀਂ ਹੋਇਆ। ਆਕੁਲ, ਜਿਹਦੀ ਕੋਈ ਕੁੱਲ ਨਹੀਂ, ਜਿਹਦਾ ਕੋਈ ਖਾਨਦਾਨ ਨਹੀਂ, ਜਿਹੜਾ ਫਿਜ਼ੀਕਲੀ ਪੈਦਾ ਨਹੀਂ ਹੋਇਆ, ਬਲਕਿ ਸਾਰਾ ਸੰਸਾਰ ਹੀ ਉਹਦਾ ਹੈ, ਤੇ ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ। ਰਮਈਆ, ਰਮਿਆ ਹੋਇਆ।
ਨਿਰਲੇਪ, ਵਿਆਪਕ, ਜਿਸ ਨੂੰ ਆਪਾਂ ਪਹਿਲੇ ਸ਼ਬਦਾਂ 'ਚ ਪੜ੍ਹਿਆ, ਉਹ ਧਿਆਨ ਰੱਖਣੇ ਨੇ ਨੁਕਤੇ ਆਪਾਂ ਸੁਰਤ ਵਿੱਚ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਤੋ ਬਾਕੀ ਜਿੰਨੇ ਵੀ ਮਹਾਂਪੁਰਖ ਧਰਤੀ ਤੇ ਆਏ, ਕਿਸੇ ਵੀ ਮਜ਼ਹਬ ਦੇ ਹੋਣ, ਉਹ ਆਪਣੀ ਆਪਣੀ ਜਗ੍ਹਾ ਤੇ ਸਾਰੇ ਸਤਿਕਾਰਯੋਗ, ਪਰ ਹਰ ਇੱਕ ਦੀ ਅਸੀਂ ਕੁੱਲ ਬਿਆਨ ਕਰਦੇ ਵੀ ਫਲਾਂ ਖਾਨਦਾਨ ਵਿੱਚ, ਫਲਾਂ ਧਰਤੀ ਤੇ, ਧਰਤੀ ਦੇ ਇਸ ਹਿੱਸੇ ਤੇ, ਫਲਾਣੇ ਪਰਿਵਾਰ ਵਿੱਚ ਪਰਿਵਾਰ ਆ ਕਿੱਤਾ ਕਰਦਾ ਸੀ, ਉਹਨਾਂ ਦਾ ਇੱਕ ਗੋਤਰ ਸੀ, ਉਹਨਾਂ ਦਾ ਆਹ ਸੀ, ਸਾਰੀ ਡੀਟੇਲ ਆਪਾਂ ਦਿੰਦੇ ਹਾਂ ਨਾ, ਫਲਾਣੇ ਖਾਨਦਾਨ 'ਚ ਕੋਈ ਪੈਦਾ ਹੋਇਆ। ਹੁਣ ਅਸੀਂ ਕਿਸੇ ਨੂੰ ਲੱਖ ਰੱਬ ਆਖੀਏ, ਪਰ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਵੀ ਮੇਰੇ ਰਮਈਏ ਦਾ, ਰਮੇ ਹੋਏ ਪਰਮੇਸ਼ਰ ਦਾ ਕੋਈ ਗੋਤਰ ਨਹੀਂ, ਕੋਈ ਕੁੱਲ ਨਹੀਂ, ਕੋਈ ਖਾਨਦਾਨ ਨਹੀਂ। ਉਹ ਕਿਉਂਕਿ ਉਹ ਸਰੀਰ ਰੂਪ ਵਿੱਚ ਪੈਦਾ ਹੀ ਨਹੀਂ, ਉਹ ਜੂਨਾ ਚਾਹੁੰਦਾ ਹੀ ਨਹੀਂ, ਉਹ ਤੇ ਸਰਵ ਵਿਆਪੀ ਹੈ, ਹਰ ਥਾਂ ਤੇ ਉਹਦੀ ਚੇਤਨ ਸੱਤਾ, ਉਹਦੀ ਜੋਤ ਵਿਆਪਕ ਹੈ, ਜਿਸ ਨੂੰ ਭਗਤ ਕਬੀਰ ਸਾਹਿਬ ਕਹਿੰਦੇ ਹਨ ਨਾ, ਸੰਕਟ ਨਹੀਂ ਪਰੈ ਜੋਨ ਨਹੀਂ ਆਵੈ, ਨਾਮ ਨਿਰੰਜਨ ਜਾਕੋ ਰੇ, ਕਬੀਰ ਕੋ ਸੁਆਮੀ ਐਸੋ ਠਾਕੁਰ, ਜਾ ਕੇ ਮਾਈ ਨਾ ਬਾਪੋ। ਤੋ ਇਹਦੀ ਵਿਆਖਿਆ ਹੋਰ ਤਫਸੀਲ ਨਾਲ ਕਰਦੇ ਨੇ ਭਗਤ ਜੀ ਆਰੰਭ ਦੇ ਬਚਨ ਵਿੱਚ। ਮਲੈ ਨਾ ਲਾਂਛੈ ਪਾਰ ਮਲੋ, ਪਰਮਲਿਓ ਬੈਠੋਰੀ ਆਈ। ਮਲੈ ਦਾ ਮਤਲਬ ਹੁੰਦਾ ਮੈਲ, ਲਾਂਛਾ ਮਤਲਬ ਕਹਿੰਦੇ ਲਾਂਛਨ, ਦਾਗ ਲਾਉਣਾ, ਕਿਸੇ 'ਚ ਐਬ ਕੱਢਣਾ। ਕਹਿੰਦੇ ਨੇ ਉਸ ਪਰਮੇਸ਼ਰ ਵਾਹਿਗੁਰੂ ਦੇ ਹਸਤੀ ਦੇ ਉੱਤੇ ਕੋਈ ਮੈਲ ਨਹੀਂ, ਕੋਈ ਦਾਗ ਨਹੀਂ, ਕੋਈ ਐਬ ਹੀ ਨਹੀਂ ਉਹਦੇ 'ਚ, ਉਹ ਐਬ ਤੋਂ ਰਹਿਤ ਹੈ। ਉਹਦੇ ਉਸ ਪਰਮੇਸ਼ਰੀ ਹਸਤੀ ਦੇ ਵਿੱਚ ਕੋਈ ਐਬ ਨਹੀਂ, ਕੋਈ ਘਾਟਾ ਨਹੀਂ। ਉਹਨੂੰ ਇਹ ਨਹੀਂ ਆਪਾਂ ਕਹਿ ਸਕਦੇ ਇਸ ਪੱਖੋਂ ਪੂਰਾ ਤੇ ਇਸ ਪੱਖੋਂ ਅਧੂਰਾ ਹੈ, ਇਹਦੇ 'ਚ ਆਹ ਕਮੀ ਹੈ, ਇੰਨੇ ਗੁਣ ਨੇ ਪਰ ਆਹ ਪ੍ਰੋਬਲਮ ਨਹੀਂ ਹੈ। ਭਗਤ ਜੀ ਕਹਿੰਦੇ ਉਹ ਤਾਂ ਪੂਰਾ ਹੈ, ਮੁਕੰਮਲ, ਨਾ ਉਹਦੇ 'ਚ ਕੋਈ ਦਾਗ ਹੈ, ਨਾ ਉਹਦੇ 'ਚ ਕੋਈ ਐਬ ਹੈ, ਨਾ ਉਹਦੇ 'ਚ ਕੋਈ ਦੋਖ ਹੈ, ਨਾ ਉਹਨੂੰ ਕੋਈ ਮੈਲ ਹੈ। ਮਲੈ ਨਾ ਲਾਂਛ ਹੈ ਪਾਰ ਮਲੋ, ਉਹ ਮੈਲ ਤੋਂ ਪਰੇ ਹੈ। ਜਿਹੜੇ ਐਬ ਮਨੁੱਖ ਦੇ ਜੀਵਨ 'ਚ ਹੁੰਦੇ ਨੇ, ਨਾ ਉਹ ਜਨਮਿਆ, ਨਾ ਉਹਨੇ ਬਾਲਪਨ ਹੰਢਾਇਆ, ਨਾ ਜਵਾਨੀ, ਨਾ ਬੁਢੇਪਾ, ਨਾ ਬਿਮਾਰੀ, ਨਾ ਦੁੱਖ, ਨਾ ਰੋਗ, ਨਾ ਕੋਈ ਚੀਜ਼ ਹੀ ਨਹੀਂ। ਇਹਨਾਂ ਚੀਜ਼ਾਂ ਤੋਂ ਕਿਵੇਂ ਰਹਿਤ ਹੈ। ਤੋ ਐਸੇ ਲੋਕਾਂ ਦੀ ਬੁੱਧ ਉੱਪਰ ਤਰਸ ਕਰਨਾ ਚਾਹੀਏ ਜਿਹੜੇ ਕਹਿ ਦਿੰਦੇ ਨੇ ਭਗਵਾਨ ਬਿਮਾਰ ਹੋ ਗਏ, ਭਗਵਾਨ ਦੁਖੀ ਹੋ ਗਏ, ਭਗਵਾਨ ਨੂੰ ਭੁੱਖ ਲੱਗ ਗਈ, ਭਗਵਾਨ ਸੌਂ ਗਏ। ਤੋ ਉਹਨਾਂ ਦੀ ਦ੍ਰਿਸ਼ਟੀ ਵਿੱਚ ਭਗਵਾਨ ਕੀ ਹੈ, ਪਰਮੇਸ਼ਰ ਕੀ ਹੈ? ਉਹ ਤਾਂ ਆਪਣੇ ਵਰਗਾ ਹੀ ਇੱਕ ਪ੍ਰਤੀਕ ਖੜਾ ਕਰਕੇ, ਜਿਸ ਤਰ੍ਹਾਂ ਅਸੀਂ ਜੋ ਫੀਲ ਕਰਦੇ ਹਾਂ, ਦੁੱਖ ਕਰਦੇ ਹਾਂ, ਭੁੱਖ ਕਰਦੇ ਹਾਂ, ਬਿਮਾਰੀ ਕਰਦੇ ਹਾਂ, ਉਹ ਨੀਂਦਰਾ ਕਰਦੇ ਹਾਂ, ਜੋ ਅਸੀਂ, ਉਹਨਾਂ ਦਾ ਭਗਵਾਨ ਨਾਰਾਜ਼ ਵੀ ਹੁੰਦਾ, ਉਹਨਾਂ ਦਾ ਭਗਵਾਨ ਗੁੱਸਾ ਵੀ ਕਰਦਾ। ਕਿਉਂਕਿ ਮਨੁੱਖ 'ਚ ਹੀ ਇਹ ਸਾਰੀਆਂ ਚੀਜ਼ਾਂ ਨੇ ਨਾ, ਬੰਦਾ ਗੁੱਸਾ ਵੀ ਕਰਦਾ ਹੈ, ਬੰਦਾ ਨਾਰਾਜ਼ ਵੀ ਹੁੰਦਾ ਹੈ, ਬੰਦਾ ਹੱਸਦਾ ਵੀ ਹੈ, ਪ੍ਰਸੰਨ ਵੀ ਹੁੰਦਾ ਹੈ, ਬਿਮਾਰ ਵੀ ਹੁੰਦਾ ਹੈ, ਭੁੱਖ ਵੀ ਲੱਗਦੀ ਹੈ, ਨੀਂਦਰਾ ਵੀ ਹੁੰਦਾ ਹੈ, ਸਫਰ ਵੀ ਕਰਦਾ ਹੈ, ਕਿਸੇ ਨਾਲ ਵੈਰ ਕਰਦਾ ਹੈ, ਕਿਸੇ ਨਾਲ ਮਿੱਤਰਤਾ ਰੱਖਦਾ ਹੈ, ਕੋਈ ਉਹਨੂੰ ਚੰਗਾ ਲੱਗਦਾ ਹੈ, ਕੋਈ ਉਹਨੂੰ ਚੰਗਾ ਨਹੀਂ ਲੱਗਦਾ। ਇਹ ਸਾਰਾ ਕੁਝ ਬੰਦੇ ਦੇ ਜੀਵਨ 'ਚ ਹੀ ਹੈ ਨਾ। ਤਾਂ ਉਹਨਾਂ ਆਪਣੇ ਵਰਗਾ ਹੀ ਇੱਕ ਪ੍ਰਤੀਕ ਖੜਾ ਕਰ ਲਿਆ। ਭਗਵਾਨ ਵੀ ਇਸੇ ਤਰ੍ਹਾਂ, ਰੱਬ ਵੀ ਐਸਾ ਹੈ, ਤੋ ਵੱਖਰਾ ਕੀ ਹੈ? ਪਰ ਭਗਤ ਜੀ ਨੇ ਆਖਿਆ, ਕਹਿਣ ਲੱਗੇ ਉਹਦੇ ਵਿੱਚ ਇਹ ਦੋਖ ਨਹੀਂ ਹਨ, ਉਹਦੇ 'ਚ ਇਹ ਐਬ ਨਹੀਂ ਹਨ, ਉਹ ਇਹੋ ਜਿਹੀ ਮੈਲ ਤੋਂ ਬਿਲਕੁਲ ਪਰੇ ਹੈ। ਮਲੈ ਨਾ ਲਾਂਛੈ ਪਾਰ ਮਲੋ, ਪਰਮਲਿਓ ਬੈਠੋਰੀ ਆਈ। ਪਰਮਲਿਓ ਦਾ ਮਤਲਬ ਹੈ ਪਰਮਲ, ਸੁਗੰਧੀ। ਉਹ ਤਾਂ ਸੁਗੰਧੀ ਵਰਗਾ ਹੈ, ਹਰ ਥਾਂ ਦੇ ਉੱਤੇ ਖਿੜੇ ਹੋਏ ਫੁੱਲ ਦੇ ਕੋਲ ਕੋਈ ਵੀ, ਕਿਸੇ ਵੀ ਮਜ਼ਹਬ ਦਾ, ਕਿਸੇ ਜ਼ਾਤ ਦਾ, ਕੋਈ ਭਾਸ਼ਾ ਬੋਲਣ ਵਾਲਾ, ਕਿਹੋ ਜਿਹਾ ਵੀ ਪਹਿਰਾਵਾ, ਜਿਹੜਾ ਬੰਦਾ ਮਰਜ਼ੀ ਚਲਿਆ ਜਾਏ, ਫੁੱਲ ਉਹਨਾਂ ਨੂੰ ਸਾਰਿਆਂ ਨੂੰ ਸੁਗੰਧੀ ਦਿੰਦਾ ਹੈ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਔਰਤ ਹੋਵੇ, ਹਰ ਕੋਈ। ਕੀ ਐਸਾ ਕਦੇ ਸੁਣਿਆ ਵੀ ਫੁੱਲ ਦੀ ਸੁਗੰਧੀ ਜਿਹੜੀ ਹੈ ਉਹ ਚਿੱਟੀ ਚਮੜੀ ਵਾਲੇ ਨੂੰ ਮਿਲੀ, ਪਰ ਜਦੋਂ ਕਾਲੀ ਚਮੜੀ ਵਾਲਾ ਉਹਦੇ ਕੋਲ ਗਿਆ ਤੇ ਉਹਨੂੰ ਸੁਗੰਧੀ ਨਹੀਂ ਮਿਲੀ? ਐਸਾ ਕਦੇ ਸੁਣਿਆ? ਜਾਂ ਕਿਸੇ ਖਾਸ ਮਜ਼ਹਬ, ਖਾਸ ਧਰਤੀ ਦੇ ਵਸ ਕਿਸੇ ਖਾਸ ਬੰਦੇ ਨੂੰ ਮਿਲੀ, ਕਿਸੇ ਨੂੰ ਨਹੀਂ? ਨਹੀਂ। ਜਿਵੇਂ ਸੂਰਜ ਦੀ ਧੁੱਪ ਸਭਨਾਂ ਲਈ ਇੱਕੋ ਜਿਹੀ ਹੈ, ਇਸੇ ਤਰ੍ਹਾਂ ਜਿਵੇਂ ਪਾਣੀ ਸਭਨਾਂ ਦੀ ਪਿਆਸ ਬਰਾਬਰ ਬੁਝਾਉਂਦਾ,
ਫੁੱਲ ਦੀ ਸੁਗੰਧੀ ਸਭਨਾਂ ਲਈ ਇੱਕ ਸਮਾਨ ਹੈ ਤੇ ਪਰਮੇਸ਼ਰ ਤੇ ਸੁਗੰਧੀ ਵਰਗਾ ਹੈ। ਉਹਨੂੰ ਮੰਨਣਾ ਪੈਂਦਾ ਕੁਦਰਤ ਦੇ ਨੇੜੇ ਹੋ ਕੇ। ਹੁਣ ਫੁੱਲ ਦੀ ਸੁਗੰਧੀ ਨੂੰ ਉਹੀ ਮਾਣੇਗਾ ਨਾ ਜਿਹੜਾ ਫੁੱਲ ਦੇ ਨੇੜੇ ਹੋਏਗਾ, ਜਿਹੜਾ ਉਹਦੇ ਦਾਇਰੇ, ਉਹਦੀ ਰੇਂਜ ਵਿੱਚ ਆਏਗਾ। ਪਰਮੇਸ਼ਰ ਨੂੰ ਕੌਣ ਮਾਣੇਗਾ? ਜਿਹੜਾ ਉਹਦੀ ਸਿਰਜਣਾ ਦੇ ਨੇੜੇ ਹੋ ਕੇ ਉਹਦੀ ਸਿਰਜਣਾ ਵਿੱਚ ਉਹਨੂੰ ਮਹਿਸੂਸ ਕਰੇਗਾ। ਪਰਮ ਲਿਓ ਬੈਠੋ ਰੀ ਆਇਓ, ਤਾਂ ਸੁਗੰਧੀ ਵਾਂਗ ਸਾਰੀ ਕੁਦਰਤ ਵਿੱਚ ਵਿਦਮਾਨ ਹੈ। ਫਿਰ ਫਰਮਾਉਂਦੇ ਹਨ, ਆਵਤ ਕਿਨੈ ਨਾ ਪੇਖਿਓ ਕਵਨੈ ਜਾਣੈ ਰੀ ਬਾਈ। ਬਾਈ ਸ਼ਬਦ ਜਿਹੜਾ ਉਹ ਦੱਖਣੀ ਭਾਰਤ ਵਿੱਚ, ਜਿਵੇਂ ਬਾਣੀ 'ਚ ਮਹਾਰਾਜ ਕਹਿੰਦੇ ਨਾ ਆਵੋ ਭੈਣੇ, ਭੈਣ ਵਾਸਤੇ ਵਰਤਿਆ ਜਾਂਦਾ ਬਾਈ। ਰੀ ਬਾਈ, ਹੇ ਭੈਣੇ। ਭਗਤ ਲੋਚਨ ਜੀ ਨੇ ਵੀ ਸ਼ਬਦ ਵਰਤਿਆ ਅਰੀ ਬਾਈ, ਗੋਬਿੰਦ ਨਾਮ ਮਤ ਬੀਸਰਾ। ਆਪਾਂ ਸ਼ਬਦ ਵਿਚਾਰਿਆ, ਹੇ ਭੈਣ ਆਵਤ ਕਿਨੈ ਨਾ ਵੇਖਿਓ। ਉਹਨੂੰ ਕਿਸੇ ਨੇ ਜੰਮਦਿਆਂ ਨਹੀਂ ਵੇਖਿਆ, ਭਾਵ ਉਹ ਪੈਦਾ ਨਹੀਂ ਹੁੰਦਾ, ਉਹ ਜੰਮਦਾ ਨਹੀਂ। ਜੰਮਣ ਮਰਨ ਤੋਂ ਰਹਿਤ, ਜੋ ਜੰਮਿਆ ਉਹ ਮਰੇਗਾ ਵੀ। ਉਹਦਾ ਤੁਹਾਨੂੰ ਕਾਲ ਕਰਮ ਨਿਸ਼ਚਿਤ ਕਰਨਾ ਪਏਗਾ। ਜੋ ਜਨਮਿਆ, ਕਦੋਂ ਜਨਮਿਆ ਸੀ ਜੀ। ਅਸੀਂ ਵੱਡੇ ਵੱਡੇ ਮਹਾਂਪੁਰਖਾਂ ਦਾ ਜਦੋਂ ਜ਼ਿਕਰ ਕਰਦੇ ਤੇ ਉਹਨਾਂ ਦੱਸਦੇ ਆ ਨਾ ਵੀ ਇਸ ਸੰਨ 'ਚ ਪੈਦਾ ਹੋਏ, ਆਹ ਉਹਨਾਂ ਦੀ ਮਾਂ ਸੀ, ਆਹ ਉਹਨਾਂ ਦਾ ਪਿਤਾ ਸੀ, ਧਰਤੀ ਦੇ ਇਸ ਹਿੱਸੇ ਤੇ ਉਹਨਾਂ ਜਨਮ ਲਿਆ। ਤੇ ਜਦੋਂ ਜਨਮੇ ਤੇ ਨਾਲ ਫਿਰ ਗੱਲ ਆਏਗੀ ਵੀ ਭਾਈ ਉਹਨਾਂ ਦਾ ਦੇਹਾਂਤ, ਦੇਹ ਦਾ ਅੰਤ ਕਦੋਂ ਹੋਇਆ, ਸਰੀਰ ਉਹਨਾਂ ਨੇ ਕਦੋਂ ਤਿਆਗਿਆ, ਫਿਰ ਸਾਰੀ ਕਹਾਣੀ ਛਿੜੇਗੀ। ਇਹ ਤਾਂ ਨਹੀਂ ਨਾ ਕਹਿ ਸਕਦੇ ਵੀ ਕੋਈ ਪੈਦਾ ਹੋਇਆ ਤੇ ਸਰੀਰ ਪੈਦਾ ਹੋਇਆ ਤੇ ਸਰੀਰ ਵੱਡਾ ਵੀ ਹੋਇਆ ਸੀ, ਸਰੀਰ ਬਜ਼ੁਰਗ ਵੀ ਹੋਇਆ ਸੀ। ਤੇ ਇਹ ਤਾਂ ਨਹੀਂ ਨਾ ਤੁਸੀਂ ਕਹਿ ਸਕਦੇ ਵੀ ਨਹੀਂ ਜੀ ਸਰੀਰ ਤਾਂ ਪੈਦਾ ਤੇ ਹੋ ਗਿਆ ਸੀ ਪਰ ਸਰੀਰ ਦਾ ਅੰਤ ਨਹੀਂ ਹੋਇਆ। ਕੋਈ ਮੰਨੇਗਾ ਇਸ ਗੱਲ ਨੂੰ? ਕਿ ਕੁਦਰਤ ਦੇ ਬਣਾਏ ਹੋਏ ਕਾਇਦੇ ਵਿੱਚ, ਮਰਿਆਦਾ ਵਿੱਚ ਇਹ ਗੱਲ ਫਿੱਟ ਬੈਂਦੀ ਹੈ ਵੀ ਬੰਦਾ ਪੈਦਾ ਹੋਇਆ ਪਰ ਮਰਿਆ ਨਹੀਂ ਜੀ, ਖਤਮ ਨਹੀਂ ਹੋਇਆ। ਸਰੀਰ ਹੈ ਨਾ, ਸਰੀਰ ਦਾ ਆਪਣਾ ਧਰਮ ਹੈ। ਜੇ ਸਰੀਰ ਜਨਮਿਆ, ਜੇ ਸਰੀਰ ਬਚਪਨ 'ਚ ਆਇਆ, ਜੇ ਸਰੀਰ ਨੇ ਜਵਾਨੀ ਮਾਣੀ ਹੈ, ਸਰੀਰ ਨੇ ਬੁਢੇਪਾ ਮਾਣਿਆ, ਤੇ ਜੋ ਜਨਮ ਹੈ ਸੋ ਜਾਨੋ ਮੂਆ। ਇਹ ਸਰੀਰ ਦਾ ਧਰਮ ਹੈ। ਵੀ ਸਤਿਗੁਰੂ ਨੇ ਆਖਿਆ ਵੀ ਸਰੀਰ ਜੇ ਪੈਦਾ ਹੁੰਦਾ ਤੇ ਸਰੀਰ ਦਾ ਨਾਸ਼ ਵੀ ਹੁੰਦਾ। ਪਰ ਪਰਮੇਸ਼ਰ ਜੋ ਪੈਦਾ ਹੀ ਨਹੀਂ ਹੋਇਆ ਸਰੀਰਵਤ, ਉਹਦੇ ਨਾਸ਼ ਹੋਣ ਦਾ ਸਵਾਲ ਹੀ ਉਤਪੰਨ ਪੈਦਾ ਨਹੀਂ ਹੁੰਦਾ। ਤਾਂ ਫਰਮਾਉਂਦੇ ਹਨ, ਆਵਤ ਕਿਨੈ ਨਾ ਪੇਖਿਓ ਕਵਨੈ ਜਾਣੈ। ਕੌਣ ਜਾਣਦਾ ਹੈ? ਕੋਈ ਐਸਾ? ਤੋ ਦੁਨੀਆ ਭਰਮ ਵਿੱਚ ਭੁੱਲੀ ਹੋਈ, ਸ਼ਰਧਾ ਵਸ ਕਹਿ ਲਓ, ਪ੍ਰੇਮ ਵਸ ਕਹਿ ਲਓ, ਜਾਂ ਕੁਝ ਐਸੇ ਭਾਵਨਾਵਾਂ ਦੇ ਵੇਗ ਵਿੱਚ ਕਹਿ ਲਓ ਵੀ ਕਿਸੇ ਮਹਾਨ ਵਿਅਕਤੀ ਨੂੰ ਉਹ ਜਦੋਂ ਰੱਬ ਮੰਨ ਕੇ ਕਹਿ ਦਿੰਦੀ ਵੀ ਰੱਬ ਪੈਦਾ ਹੋਇਆ, ਤਾਂ ਉਹ ਬੇਇਨਸਾਫੀ ਕਰ ਦਿੰਦੀ, ਪਰਮੇਸ਼ਰੀ ਹਸਤੀ ਨੂੰ ਸਮਝਣ ਤੋਂ ਉਰੇ ਰਹਿ ਜਾਂਦੀ ਹੈ। ਫਿਰ ਅੱਗੇ ਫਰਮਾਉਂਦੇ ਹਨ, ਕੁਝ ਪ੍ਰਤੀਕ ਉਦਾਹਰਨਾਂ ਦਿੱਤੀਆਂ। ਜਿਉਂ ਆਕਾਸ਼ੈ ਪੰਖੀ ਅਲੋ ਖੋਜ ਨਿਰਖਿਓ ਨਾ ਜਾਈ। ਆਕਾਸ਼ ਦਾ ਭਾਵ ਹੈ ਗਗਨ। ਕਹਿੰਦੇ ਨੇ ਆਕਾਸ਼ ਵਿੱਚ ਸਪੇਸ, ਆਕਾਸ਼ ਦਾ ਭਾਵ ਹੈ ਸਪੇਸ। ਤੁਸੀਂ ਸਪੇਸ ਵਿੱਚ ਪੰਛੀ ਨੂੰ ਉੱਡਦੇ ਹੋਇਆ ਵੇਖਦੇ ਹੋ ਨਾ, ਖਲਾ ਵਿੱਚ, ਤੇ ਜੱਦਰ ਦੀ ਪੰਛੀ ਉੱਡਦਾ ਮਗਰ ਤੁਹਾਨੂੰ ਕੋਈ ਲਕੀਰ ਪੈਂਦੀ ਦਿਸਦੀ? ਮਗਰੋਂ ਤੁਸੀਂ ਰਾਹ ਲੱਭ ਸਕਦੇ ਹੋ ਵੀ ਆਕਾਸ਼ ਵਿੱਚ ਇੱਧਰ ਦੀ ਪੰਛੀ ਉੱਡਿਆ, ਮੋਟਾ ਇਸ਼ਾਰਾ ਆਪਾਂ ਕਰਦੇ ਨੇ ਇੱਧਰ। ਆਪਾਂ ਨੂੰ ਕੋਈ ਸਹੀ ਆਖੇ ਵੀ ਮਗਰ ਕੋਈ ਨਿਸ਼ਾਨੀ ਦੱਸੋ ਵੀ ਸੱਚੀ ਇੱਥੋਂ ਦੀ ਉੱਡ ਕੇ ਗਿਆ, ਕੋਈ ਲੀਹ, ਕੋਈ ਰਸਤਾ ਨਹੀਂ ਪੈਂਦਾ, ਮਗਰ ਕੋਈ ਨਿਸ਼ਾਨੀ ਨਹੀਂ ਖਲਾ 'ਚ ਰਹਿ ਜਾਂਦੀ ਵੀ ਪੰਛੀ ਇੱਥੋਂ ਦੀ ਹੀ ਉੱਡ ਕੇ ਗਿਆ, ਮਗਰ ਕੋਈ ਨਿਸ਼ਾਨੀ ਨਹੀਂ ਰਹਿ ਗਈ। ਜਿਉਂ ਆਕਾਸ਼ੈ ਪੰਖੀ ਅਲੋ ਖੋਜ ਨਿਰਖਿਓ। ਉਹਦੇ ਪੈਰਾਂ ਦਾ ਖੁਰਾ ਖੋਜ, ਉਹਦੇ ਖੰਭਾਂ ਦਾ ਮਗਰ ਖੁਰਾ ਖੋਜ ਕੋਈ ਨਹੀਂ ਨਾ ਰਹਿ ਜਾਂਦਾ, ਕੋਈ ਵੇਖ ਨਹੀਂ ਸਕਦਾ। ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਦੀ ਹਸਤੀ ਕੁਦਰਤ ਵਿੱਚ ਵਿਦਮਾਨ ਤੇ ਹੈ, ਪਰ ਉਸ ਦਾ ਕੋਈ ਖਾਸ ਚੱਕਰ ਚੇਨ ਤੇ ਰੂਪ ਰੰਗ ਬਿਆਨ ਨਹੀਂ ਕਰ ਸਕਦਾ। ਫਿਰ ਅਗਲੀ ਉਦਾਹਰਣ ਦਿੱਤੀ, ਜਿਉਂ ਜਲ ਮਾਝੈ ਮਾਛਲੋ ਮਾਰਗ ਪੇਖਣੋਂ ਨਾ ਜਾਈ। ਮੱਛੀ ਪਾਣੀ ਦੇ ਵਿੱਚ ਤਰਦੀ ਹੈ ਤੇ ਆਪਾਂ ਮੱਛੀ ਨੂੰ, ਪਾਣੀ ਸਾਫ਼ ਹੋਵੇ ਤੇ ਵੇਖਦੇ ਵੀ ਹਾਂ, ਪਰ ਮਗਰ ਪਾਣੀ ਦੇ ਵਿੱਚ ਕੋਈ ਲਕੀਰ ਪੈਂਦੀ ਹੈ ਵੀ ਆਹ ਮੱਛੀ ਇੱਧਰ ਇੱਧਰ ਦੀ ਲੰਘੀ, ਕੋਈ ਨਿਸ਼ਾਨੀ, ਉਹਦਾ ਕੋਈ ਖੁਰਾ ਖੋਜ ਮਗਰ ਰਹਿੰਦਾ। ਜਿਵੇਂ ਬੰਦਾ, ਅਸੀਂ ਤੁਰਦੇ ਨਾ ਮਿੱਟੀ ਦੇ ਉੱਤੇ ਤੁਰੀਏ ਤੇ ਸਾਡੇ ਪੈਰਾਂ ਦੇ ਨਿਸ਼ਾਨ ਪੈਣਗੇ, ਪਰ ਪੰਛੀ ਦੇ ਆਕਾਸ਼ ਵਿੱਚ ਨਿਸ਼ਾਨ ਰਹਿੰਦੇ ਨੇ ਮਗਰ ਵੀ ਇੱਧਰ ਦੀ ਉੱਡਿਆ। ਮੱਛੀ ਦੇ ਰਹਿੰਦੇ ਨੇ ਪਾਣੀ ਦੇ ਵਿੱਚ ਵੀ ਇੱਧਰ ਦੀ ਮੱਛੀ ਤਰ ਕੇ ਲੰਘ ਗਈ ਹੈ, ਨਹੀਂ ਰਹਿੰਦੇ।
ਕੋਈ ਖੋਜ ਨਹੀਂ ਰਹਿੰਦਾ, ਕੋਈ ਖੁਰਾ ਨਹੀਂ ਰਹਿੰਦਾ, ਕੋਈ ਨਿਸ਼ਾਨੀ ਨਹੀਂ ਰਹਿੰਦੀ, ਕੋਈ ਰਸਤਾ ਨਹੀਂ ਬਣਦਾ। ਇਹ ਦੂਸਰੀ ਉਦਾਹਰਣ ਹੈ। ਕਹਿੰਦੇ ਨੇ ਜਿਉਂ ਆਕਾਸ਼ੈ ਪੰਖੀ ਅਲੋ, ਜਿਉਂ ਆਕਾਸ਼ੈ ਪੰਖੀ ਅਲੋ ਖੋਜ ਨਿਰਖਿਓ ਨਾ ਜਾਈ, ਜਿਉਂ ਜਲ ਮਾਝੈ ਮਾਛਲੋ ਮਾਰਗ ਪੇਖਣੋ ਨਾ ਜਾਈ। ਤੇ ਤੀਜੀ ਉਦਾਹਰਣ ਦਿੱਤੀ, ਜਿਉਂ ਆਕਾਸ਼ੈ ਘੜੂ ਅਲੋ ਮ੍ਰਿਗ ਤ੍ਰਿਸ਼ਨਾ ਭਰਿਆ। ਖਲਾ ਵਿੱਚ, ਸਪੇਸ ਵਿੱਚ। ਇਹ ਉਦਾਹਰਣ ਕੀ ਹੈ? ਗਰਮੀ ਦੀ ਰੁੱਤ ਹੈ, ਸੂਰਜ ਦੀ ਧੁੱਪ ਜਿਹੜੀ ਹੈ ਉਹ ਜ਼ਮੀਨ ਨੂੰ ਸਾੜ ਰਹੀ ਹੈ, ਇੰਨੀ ਤਿੱਖੀ ਧੁੱਪ। ਮਾਰੂਥਲ ਰੇਗਿਸਤਾਨ ਦੇ ਵਿੱਚ, ਜਿੱਥੇ ਰੇਤ ਹੀ ਰੇਤ, ਮਾਰੂ ਰੇਤ ਨੂੰ ਕਹਿੰਦੇ ਨੇ, ਰੇਗਿਸਤਾਨ ਦੇ ਵਿੱਚ ਜਿੱਥੇ ਰੇਤ ਹੀ ਰੇਤ ਹੈ ਚਾਰ ਚੁਫੇਰੇ, ਇੱਕ ਹਿਰਨ ਪਿਆਸਾ ਆਪਣਾ ਮੂੰਹ ਚੁੱਕ ਕੇ ਨਿਗਾਹ ਮਾਰ ਕੇ ਆਲੇ ਦੁਆਲੇ ਪਾਣੀ ਦੀ ਤਲਾਸ਼ ਕਰਦਾ। ਹੁਣ ਤੁਸੀਂ ਵੇਖੋ ਵੀ ਉਹਨੂੰ ਪਿਆਸ ਲੱਗੀ, ਤੇ ਲੱਗੀ ਹੈ, ਤੇ ਉਹ ਦੂਰ ਵੇਖਦਾ ਵੀ ਪਾਣੀ ਕਿਤੇ ਹੋਵੇ। ਆਪਾਂ ਕਈ ਵਾਰ ਵੇਖਦੇ ਨਾ, ਬਹੁਤ ਜ਼ਿਆਦੀ ਤਪਸ਼ ਹੋਵੇ, ਗਰਮੀ ਹੋਵੇ, ਤੇ ਸਾਡੀ ਨਜ਼ਰ ਨੂੰ ਝੌਲਾ ਪੈਂਦਾ ਹੈ। ਜਦੋਂ ਆਪਾਂ ਸਾਹਮਣੇ ਨਿਗਾਹ ਮਾਰਦੇ ਨਾ ਖਲਾ ਵਿੱਚ, ਹਵਾ ਦੇ ਵਿੱਚ, ਸਾਨੂੰ ਨਿੱਕੇ ਨਿੱਕੇ ਕਿਣਕੇ ਜੇ ਇਸ ਤਰ੍ਹਾਂ ਲੱਗੇਗਾ ਜਿਵੇਂ ਕੋਈ ਧੂੰਆਂ ਜਿਹਾ ਉੱਠ ਰਿਹਾ, ਬਰੀਕ ਬਰੀਕ। ਸਾਡੀ ਨਜ਼ਰ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ। ਉਹ ਸਭ ਵਾਤਾਵਰਣ ਦਾ ਇੱਕ ਚੱਕਰ ਹੁੰਦਾ। ਉਹ ਹਿਰਨ ਜਦੋਂ ਵੇਖਦਾ ਤੇ ਉਹਨੂੰ ਲੱਗਦਾ ਵੀ ਜਿਵੇਂ ਪਾਣੀ, ਪਾਣੀ ਤੇ ਉੱਥੇ ਹੈ ਨਹੀਂ। ਉਹਨੇ ਸਪੇਸ ਦੇ ਵਿੱਚ ਉਹਦੀ ਦ੍ਰਿਸ਼ਟੀ ਨੂੰ ਜਿਸ ਤਰ੍ਹਾਂ ਮਹਿਸੂਸ ਹੋਇਆ, ਉਹਨੇ ਭੱਜਣਾ ਸ਼ੁਰੂ ਕੀਤਾ ਵੀ ਸ਼ਾਇਦ ਪਾਣੀ, ਪਾਣੀ ਉੱਥੇ ਹੁੰਦਾ ਨਹੀਂ। ਜਿੰਨਾ ਗਾਂਹ ਜਾਂਦਾ ਉਹਨੂੰ ਹੋਰ ਗਾਂਹ ਮਹਿਸੂਸ ਹੁੰਦਾ, ਭੱਜਦਾ ਰਹਿੰਦਾ, ਪਰ ਮਿਲਦਾ ਉਹਨੂੰ ਪਾਣੀ ਹੈ ਨਹੀਂ, ਕਿਉਂਕਿ ਉਹ ਹੁੰਦਾ ਹੀ ਨਹੀਂ। ਉਹਨੂੰ ਮ੍ਰਿਗ ਤ੍ਰਿਸ਼ਨਾ ਦੀ ਉਦਾਹਰਣ ਦਿੱਤੀ ਗਈ ਹੈ ਬਾਣੀ ਦੇ ਵਿੱਚ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦ੍ਰੁਮ ਛਾਇਆ ਰਚ ਦੁਰਮਤः ਤਤः ਕਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮਹ। ਤੋ ਇੱਥੇ ਫਰਮਾਉਂਦੇ ਨੇ ਜਿਉਂ ਆਕਾਸ਼ ਹੈ, ਆਕਾਸ਼ ਦਾ ਭਾਵ ਇੱਥੇ ਸਪੇਸ ਹੈ, ਖਲਾ, ਸਾਹਮਣੇ ਖਲਾ ਹੈ, ਬਿਲਕੁਲ ਕੋਈ ਚੀਜ਼ ਨਹੀਂ ਹੈ। ਜਿਉਂ ਆਕਾਸ਼ ਹੈ ਘੜੂ ਅਲੋ, ਜਿਵੇਂ ਪਾਣੀ ਨਜ਼ਰ ਆਉਂਦਾ ਹੈ ਸਾਹਮਣੇ ਸਪੇਸ ਦੇ ਵਿੱਚ ਹਿਰਨ ਨੂੰ, ਮ੍ਰਿਗ ਤ੍ਰਿਸ਼ਨਾ ਭਰਿਆ, ਤ੍ਰਿਸ਼ਨਾ ਦਾ ਭਰਿਆ ਹੋਇਆ ਮ੍ਰਿਗ ਜਿਹੜਾ ਹੈ ਪਿਆਸਾ ਤਿਹਾਇਆ ਉਧਰ ਨੂੰ ਦੌੜਦਾ ਹੈ, ਪਰ ਪਾਣੀ ਉੱਥੇ ਹੈ ਨਹੀਂ, ਪਰ ਉਹਨੂੰ ਦਿਸ ਰਿਹਾ, ਉਹਦੀ ਦ੍ਰਿਸ਼ਟੀ ਵਿੱਚ ਹੈ, ਕਿਉਂਕਿ ਉਹਦੇ ਅੰਦਰ ਪਿਆਸ ਹੈ। ਇਸੇ ਢੰਗ ਨਾਲ ਭਗਤ ਜੀ ਫਰਮਾਉਂਦੇ ਹਨ, ਜਦੋਂ ਸਾਡੇ ਅੰਦਰ ਪਰਮੇਸ਼ਰ ਦੇ ਹੋਣ ਦਾ ਅਹਿਸਾਸ ਹੈ ਤਾਂ ਸਾਨੂੰ ਸਾਰੀ ਕੁਦਰਤ ਵਿੱਚ ਦ੍ਰਿਸ਼ਟੀ ਗੋਚਰ ਹੋਏਗਾ, ਮਹਿਸੂਸ ਹੋਏਗਾ। ਜੇ ਤੁਹਾਡੇ ਅੰਦਰ ਅਹਿਸਾਸ ਨਹੀਂ ਪੈਦਾ ਹੋਇਆ ਪਰਮੇਸ਼ਰ ਦਾ, ਤੇ ਤੁਹਾਡੇ ਵਾਸਤੇ ਨਹੀਂ ਹੈ। ਭਾਵੇਂ ਲੱਖ ਮੰਦਰਾਂ ਦੀਆਂ ਘੰਟੀਆਂ ਵੱਜਣ, ਧਰਮ ਗ੍ਰੰਥਾਂ ਦੇ ਉਪਦੇਸ਼ ਹੋਣ, ਫਿਰ ਬੰਦਾ ਰੱਬ ਦੇ ਰਾਹ ਤੇ ਤੁਰ ਨਹੀਂ ਪਾਉਂਦਾ। ਤੁਰਦਾ ਉਧਰ ਹੀ ਹੈ ਜਿੱਧਰ ਉਹਨੂੰ ਕੁਝ ਨਜ਼ਰ ਆਉਂਦਾ, ਤੁਰਦਾ ਉਸ ਪਾਸੇ ਹੀ ਹੈ ਜਦੋਂ ਉਹਦੇ ਅੰਦਰ ਕੋਈ ਪਿਆਸ, ਕੋਈ ਜਗਿਆਸਾ, ਕੋਈ ਭੁੱਖ ਪੈਦਾ ਹੁੰਦੀ ਹੈ। ਤਦੋਂ ਇਸ ਸਮੁੱਚੇ ਕੁਦਰਤੀ ਖਲਾ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਹਸਤੀ ਉਸ ਨੂੰ ਮਹਿਸੂਸ ਹੁੰਦੀ ਹੈ। ਨਾਮੇ 'ਚ ਸੁਆਮੀ ਬੀਠਲੋ ਜਿਨ ਤੀਨੈ ਜਰਿਆ। ਨਾਮਦੇਵ ਦਾ ਸੁਆਮੀ ਮਾਲਕ ਕੌਣ ਹੈ? ਜਿਹਨੂੰ ਰਹਾਉ ਦੇ ਬੰਦ 'ਚ ਕਿਹਾ ਰਮਈਆ ਆਕਲਰੀ ਬਾਈ। ਨਾਮਦੇਵ ਦਾ ਸੁਆਮੀ ਕੌਣ ਹੈ? ਜਿਹੜਾ ਸਾਰੀ ਕੁਦਰਤ ਵਿੱਚ ਵਿਦਵਾਨ ਹੈ। ਐਸਾ ਬੀਠਲ, ਬੀਠਲ ਦਾ ਭਾਵ ਹੈ ਨਿਰਲੇਪ, ਜਿਹਨੂੰ ਕੋਈ ਦਾਗ ਦੋਖ ਐਬ ਨਹੀਂ, ਜਿਹੜਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ। ਜਿਨ ਤੀਨੈ ਜਰਿਆ, ਮੇਰਾ ਤਾਂ ਸੁਆਮੀ ਰੱਬ ਉਹ ਹੈ ਜਿਹਨੇ ਰਜੋ ਤਮੋ ਤੇ ਸਤੋ ਤਿੰਨਾਂ ਗੁਣਾਂ ਦਾ ਪ੍ਰਭਾਵ ਮੇਰੇ ਜੀਵਨ 'ਚ ਸਾੜ ਦਿੱਤਾ ਹੈ। ਰਜ ਗੁਣ, ਤਮ ਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਏ। ਤੋ ਅੱਗੇ ਸ਼ਬਦ ਆਉਣੇ ਨੇ, ਉੱਥੇ ਆਪਾਂ ਵਿਚਾਰ ਕਰਾਂਗੇ ਵੀ ਇਹ ਤਿੰਨ ਗੁਣ ਕੀ ਹਨ। ਇਹਨਾਂ ਦਾ ਬਹੁਤ ਜ਼ਿਕਰ ਆਉਂਦਾ ਬਾਣੀ, ਤ੍ਰਿਹੋਂ ਗੁਣ ਤੇ ਪ੍ਰਭ ਭਿੰਨ, ਪਰ ਇੱਥੇ ਸੰਖੇਪ ਵਿੱਚ ਇੰਨਾ ਹੈ, ਰਜੋ ਗੁਣ, ਤਮੋ ਗੁਣ, ਸਤੋ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਉਹਦਾ ਨਾਮ ਜੀਵ ਨੂੰ ਮੁਕਤ ਕਰ ਦਿੰਦਾ ਹੈ। ਗਰੀਬ ਨਵਾਜ ਬਖਸ਼ਿਸ਼ ਕਰਨ। ਸ਼ਬਦ ਦਾ ਉਪਦੇਸ਼ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ।
ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।